ਅੱਖਰ ਸੌਫਟਵੇਅਰ ਦੀ ਸਕਰੀਨ ਤੁਹਾਨੂੰ ਨਜ਼ਰ ਆ ਰਹੀ ਹੈ। ਸਕਰੀਨ ਦੇ ਥੋੜਾ ਜਿਹਾ ਨੇੜੇ ਦਾ ਦ੍ਰਿਸ਼ ਮੈਂ ਇਹਨੂੰ ਤੁਹਾਨੂੰ ਦਿਖਾ ਦਿੰਦਾ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉੱਪਰ ਇੱਕ ਟਾਈਟਲ ਬਾਰ ਹੈ, ਜਿਵੇਂ ਕਿ ਮਾਈਕਰੋਸਾਫਟ ਵਰਡ ਦੇ ਵਿੱਚ ਹੁੰਦੀ ਹੈ। ਕੁਇਕ ਐਕਸੈਸ ਬਾਰ ਹੈ, ਜਿੱਥੇ ਕਿ ਫਲੋਪੀ ਦਾ ਨਿਸ਼ਾਨ ਬਣਿਆ ਹੋਇਆ ਔਰ ਸੱਜੇ ਹੱਥ ਉਹਦੇ ਅੱਖਰ ਲਿਖਿਆ ਹੋਇਆ ਹੈ। ਥੱਲੇ ਸਾਡੇ ਕੋਲ ਟੈਬ ਬਾਰ ਹੈ, ਜਿਹਦੇ ਉੱਤੇ ਅਲੱਗ-ਅਲੱਗ ਟੈਬ ਨੇ, ਯਾਨੀ ਕਿ ਹੋਮ ਟੈਬ, ਇਨਸਰਟ ਟੈਬ, ਪੇਜ ਲੇਆਊਟ ਟੈਬ। ਟੈਬ ਦੇ ਹੇਠਲੇ ਪਾਸੇ ਸਾਡੇ ਕੋਲ ਰਿਬਨ, ਜਿਹਨੂੰ ਅਸੀਂ ਮਿਨੀ ਟੂਲ ਬਾਰ ਵੀ ਕਹਿੰਦੇ ਆ, ਜਿਹਦੇ ਉੱਤੇ ਬਟਨ ਲੱਗੇ ਹੁੰਦੇ ਨੇ। ਹੇਠਲੇ ਪਾਸੇ ਸਾਡੇ ਕੋਲ ਸਕੇਲ ਹੈ, ਜਿਹਨੂੰ ਅਸੀਂ ਰੂਲਰ ਕਹਿੰਦੇ ਆ। ਇਸੇ ਤਰ੍ਹਾਂ ਦਾ ਹੀ ਸਕੇਲ ਇੱਕ ਖੱਬੇ ਹੱਥ ਨਜ਼ਰ ਆ ਰਿਹਾ ਹੈ। ਇਸ ਰੂਲਰਸ ਤੋਂ ਅਸੀਂ ਪੇਜ ਦੀ ਜਿਹੜੀ ਚੌੜਾਈ ਜਾਂ ਲੰਬਾਈ ਜਿਹੜੀ ਹੈ ਉਹ ਦੇਖਦੇ ਆ। ਥੱਲੇ ਜਿਹੜਾ ਏਰੀਆ ਨਜ਼ਰ ਆ ਰਿਹਾ, ਜਿੱਥੇ ਇੱਕ ਬਲਿੰਕ ਕਰਦੇ ਹੋਇਆ ਵੱਡੀ ਆਈ ਵਰਗਾ ਇੱਕ ਤੁਹਾਨੂੰ ਨਿਸ਼ਾਨ ਨਜ਼ਰ ਆ ਰਿਹਾ, ਜਿਹਨੂੰ ਅਸੀਂ ਕਹਿੰਦੇ ਆ ਕਰਸਰ, ਬਲਿੰਕ ਕਰ ਰਿਹਾ ਹੈ। ਔਰ ਵਾਈਟ ਏਰੀਆ ਜਿਹੜਾ ਹੈ, ਜਿਹਨੂੰ ਅਸੀਂ ਡਾਕੂਮੈਂਟ ਏਰੀਆ ਕਹਿੰਦੇ ਆ। ਲੋ, ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਅੱਖਰ ਖੋਲ੍ਹਣਾ ਹੈ ਤੇ ਅੱਖਰ ਦੀ ਕਰਨੀ ਹੈ ਸ਼ੁਰੂਆਤ ਪੰਜਾਬੀ ਭਾਸ਼ਾ ਦੇ ਵਿੱਚ, ਹਿੰਦੀ ਜ਼ੁਬਾਨ ਦੇ ਵਿੱਚ, ਜਾਂ ਅੰਗਰੇਜ਼ੀ ਲੈਂਗੁਏਜ ਵਿੱਚ, ਸੰਸਕ੍ਰਿਤ ਦੇ ਵਿੱਚ, ਉਰਦੂ ਦੇ ਵਿੱਚ ਕੰਮ ਕਰਨਾ ਹੈ। ਤੇ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਲੈਂਗੁਏਜ ਟੂਲ ਦੇ ਉੱਤੇ। ਲੈਂਗੁਏਜ ਟੂਲ ਦੇ ਉੱਤੇ ਜਾ ਕੇ ਹੇਠਲੇ ਪਾਸੇ ਸਾਨੂੰ ਨਜ਼ਰ ਆਏਗਾ ਟਾਈਪਿੰਗ ਪੈਡ। ਸਭ ਤੋਂ ਪਹਿਲਾ ਕੰਮ ਸਾਡਾ ਇਹ ਹੈ ਕਿ ਅਸੀਂ ਅਲੱਗ-ਅਲੱਗ ਭਾਸ਼ਾਵਾਂ ਦੇ ਲਈ ਆਪਣਾ ਕੀਬੋਰਡ ਸੈੱਟ ਕਰੀਏ, ਕਿਉਂਕਿ ਇੱਕ ਵਾਰ ਜਦੋਂ ਅਸੀਂ ਕੀਬੋਰਡ ਸੈੱਟ ਕਰ ਲਾਂਗੇ, ਸਾਨੂੰ ਵਾਰ-ਵਾਰ ਆਪਣੇ ਪੀਸੀ ਦੇ ਉੱਤੇ ਜਾ ਕੇ ਅੱਖਰ ਖੋਲ ਕੇ ਕੀਬੋਰਡ ਸੈੱਟ ਨਹੀਂ ਕਰਨਾ ਪਊਗਾ। ਅੱਖਰ ਉਸ ਨੂੰ ਯਾਦ ਰੱਖ ਲਏਗਾ। ਫਾਰ ਐਗਜ਼ਾਮਪਲ, ਤੁਸੀਂ ਗੁਰਮੁਖੀ ਦੇ ਵਿੱਚ ਕੰਮ ਕਰਦੇ ਹੋ ਔਰ ਥੋੜ੍ਹਾ ਬਹੁਤਾ ਕੰਮ ਵਿੱਚ ਕਿਤੇ ਹਿੰਦੀ ਵਿੱਚ ਵੀ ਕਰਨਾ ਹੈ, ਤਾਂ ਤੁਹਾਨੂੰ ਗੁਰਮੁਖੀ ਤੇ ਹਿੰਦੀ ਦਾ ਕੀਬੋਰਡ ਪਹਿਲਾਂ ਹੀ ਸੈੱਟ ਕਰ ਲੈਣਾ ਚਾਹੀਦਾ ਹੈ। ਤੁਸੀਂ ਦੇਖੋਗੇ ਕਿ ਇੱਥੇ ਲਿਖਿਆ ਆ ਰਿਹਾ ਸਕ੍ਰਿਪਟ, ਤਾਂ ਇੱਥੇ ਸਕ੍ਰਿਪਟ ਸਾਡੇ ਕੋਲ ਨੇ 4। ਤੁਸੀਂ 4 ਲਿਪੀਆਂ ਦੇ ਵਿੱਚ ਅੱਖਰ ਦੇ ਵਿੱਚ ਕੰਮ ਕਰ ਸਕਦੇ ਹੋ: ਗੁਰਮੁਖੀ, ਸ਼ਾਹਮੁਖੀ, ਇੰਗਲਿਸ਼ ਤੇ ਹਿੰਦੀ। ਹੁਣ ਪਹਿਲਾਂ ਅਸੀਂ ਗੁਰਮੁਖੀ ਜਿਹੜਾ ਹੈ, ਗੁਰਮੁਖੀ ਸਕ੍ਰਿਪਟ, ਉਹਦਾ ਅਸੀਂ ਕੀਬੋਰਡ ਸੈੱਟ ਕਰਦੇ ਹਾਂ। ਕੀਬੋਰਡ ਵਾਲਾ ਐਰੋ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਤੇ ਇੱਕ ਡ੍ਰੌਪ ਡਾਊਨ ਲਿਸਟ ਤੁਹਾਡੇ ਕੋਲ ਮਿਲੇਗੀ। ਜੇ ਤੁਸੀਂ ਪਹਿਲਾਂ ਅਨਮੋਲ ਲਿਪੀ ਦੇ ਵਿੱਚ ਟਾਈਪ ਕਰਦੇ ਸੀ, ਅੱਛੀ ਸਪੀਡ ਹੈ, ਤੇ ਹੁਣ ਤੁਸੀਂ ਯੂਨੀਕੋਡ ਵਿੱਚ ਟਾਈਪ ਕਰਨਾ ਹੈ, ਤੇ ਤੁਸੀਂ ਕੀਬੋਰਡ ਲੈ ਲੈਣਾ ਇੱਥੇ ਅਨਮੋਲ ਲਿਪੀ। ਆਸੀਸ ਲਓਗੇ ਤਾਂ ਆਸੀਸ ਕੀਬੋਰਡ ਵੀ ਉਸੇ ਤਰ੍ਹਾਂ ਐਕਟੀਵੇਟ ਹੋ ਜਾਏਗਾ। ਅਗਲੀ ਆਪਸ਼ਨ ਹੈ ਇਨਸਕ੍ਰਿਪਟ ਕੀਬੋਰਡ। ਜੇ ਤੁਸੀਂ ਇਨਸਕ੍ਰਿਪਟ ਦੇ ਉੱਤੇ ਸਟੈਂਡਰਡ ਟਾਈਪਿੰਗ ਦੇ ਉੱਤੇ ਕੰਮ ਕਰ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ। ਉਹਦੇ ਲਈ ਤੁਹਾਨੂੰ ਅੱਖਰ ਦੇ ਵਿੱਚ ਜਾ ਕੇ ਇਨਸਕ੍ਰਿਪਟ ਕੀਬੋਰਡ ਔਨ ਕਰਕੇ ਕੰਮ ਕਰਨਾ ਚਾਹੀਦਾ ਹੈ। ਜੇ ਤੁਹਾਨੂੰ ਕੋਈ ਵੀ ਟਾਈਪਿੰਗ ਨਹੀਂ ਆਉਂਦੀ ਤਾਂ ਤੁਸੀਂ ਲਾਸਟ ਵਾਲੀ ਜਿਹੜੀ ਆਪਸ਼ਨ ਹੈ ਰੋਮਨਾਈਜ਼ ਟਾਈਪਿੰਗ ਦੇ ਉੱਤੇ ਜਾਓਗੇ। ਫਿਲਹਾਲ ਮੈਂ ਆਪਣੀ ਪਸੰਦ ਮੁਤਾਬਕ ਅਨਮੋਲ ਲਿਪੀ ਕੀਬੋਰਡ ਇੱਥੋਂ ਚੂਜ਼ ਕਰ ਲੈਂਦਾ। ਤਾਂ ਹੁਣ ਜਦੋਂ ਵੀ ਮੈਂ ਟਾਈਪ ਕਰਾਂਗਾ, ਮੇਰੀ ਜਿਹੜੀ ਟਾਈਪਿੰਗ ਹੈ ਉਹ ਫੋਨੈਟਿਕ ਵਾਲੇ ਟਾਈਪ ਦੇ ਵਿੱਚ ਹੋਏਗੀ, ਯਾਨੀ ਕਿ KLM ਟਾਈਪ ਕਰਾਂਗਾ ਤਾਂ ਕਲਮ ਪਵੇਗਾ। ਸੋ ਇਸੇ ਤਰ੍ਹਾਂ ਮੈਂ ਹਿੰਦੀ ਦੀ ਲੋੜ ਜਦੋਂ ਪੈਂਦੀ ਹੈ ਤਾਂ ਹਿੰਦੀ ਦਾ ਕੀਬੋਰਡ ਵੀ ਸੈੱਟ ਕਰ ਲੈਂਦਾ। ਹਿੰਦੀ ਦੇ ਲਈ ਪਹਿਲਾਂ ਸਕ੍ਰਿਪਟ ਵਿੱਚ ਗਿਆ, ਇੱਥੇ ਚੂਜ਼ ਕੀਤਾ ਹਿੰਦੀ। ਕੀਬੋਰਡ ਮੈਂ ਇਹਦਾ ਰੱਖਿਆ ਅਨਮੋਲ ਹਿੰਦੀ। ਜਿਹੜੇ ਵਿਦਿਆਰਥੀ ਪਹਿਲਾਂ ਅਨਮੋਲ ਲਿਪੀ ਦੇ ਵਿੱਚ ਟਾਈਪ ਕਰਦੇ ਸੀ, ਜੇ ਉਹ ਅਨਮੋਲ ਹਿੰਦੀ ਫੌਂਟ ਚੂਜ਼ ਕਰ ਲੈਂਦੇ ਨੇ ਤਾਂ ਬਹੁਤ ਸੌਖਾ ਹੈ, ਕਿਉਂਕਿ ਉਹ ਅਨਮੋਲ ਲਿਪੀ ਤਰ੍ਹਾਂ ਹੀ ਕੰਮ ਕਰਦਾ ਹੈ। ਇਸੇ ਤਰ੍ਹਾਂ ਇਨਸਕ੍ਰਿਪਟ ਜਿਹੜੀ ਸਹੂਲਤ ਹੈ ਉਹ ਹਿੰਦੀ ਦੇ ਲਈ ਵੀ ਇੱਥੇ ਪਾ ਦਿੱਤੀ ਗਈ ਹੈ, ਤੁਸੀਂ ਦੇਖ ਰਹੇ ਹੋ। ਪੁਰਾਣੇ ਟਾਈਮ ਦੇ ਵਿੱਚ ਜੇ ਕੋਈ ਚਾਣਕਿਆ ਦੇ ਵਿੱਚ ਕੰਮ ਕਰਦਾ ਸੀ, ਕੋਈ ਕ੍ਰਿਸ਼ਨਾ ਦੇ ਵਿੱਚ, ਕਰੂਤੀ ਦੇਵ ਦੇ ਵਿੱਚ, ਕੁੰਡਲੀ ਦੇ ਵਿੱਚ, ਮੁਗਲ ਦੇ ਵਿੱਚ, ਨਾਰਦ ਦੇ ਵਿੱਚ, ਤਾਂ ਉਹਦੇ ਕੀਬੋਰਡ ਵੀ ਇੱਥੇ ਪਏ ਨੇ। ਸੋ ਆਪਣੀ ਮਰਜ਼ੀ ਦੇ ਮੁਤਾਬਕ ਤੁਸੀਂ ਇਹ ਸਾਰੇ ਕੀਬੋਰਡਸ ਦੀ ਜਿਹੜੀ ਹੈ ਉਹ ਕਰ ਲੈਣੀ ਹੈ ਚੋਣ। ਹੁਣ ਜਦੋਂ ਤੁਸੀਂ ਅੱਖਰ ਨੂੰ ਬੰਦ ਕਰਕੇ ਦੁਬਾਰਾ ਵੀ ਚਲਾਓਗੇ ਤਾਂ ਵੀ ਇਹ ਜਿਹੜੀ ਸੈਟਿੰਗ ਹੈ ਉਹ ਸੇਵ ਰਹੇਗੀ। ਦੂਸਰੀ ਗੱਲ ਇਹ ਹੈ ਕਿ ਜਦੋਂ ਹੀ ਤੁਸੀਂ ਪੰਜਾਬੀ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਟਾਈਪ ਕਰਦੇ ਕਰਦੇ ਤੁਹਾਨੂੰ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਜਾਣ ਦੀ ਲੋੜ ਪੈਂਦੀ ਹੈ, ਤਾਂ ਤੁਹਾਨੂੰ ਕੁਝ ਕੀਬੋਰਡ ਸ਼ਾਰਟਕਟ ਯਾਦ ਰੱਖਣੇ ਪੈਣਗੇ। ਕੀਬੋਰਡ ਸ਼ਾਰਟਕਟ ਨੇ ਸਾਡੇ ਕੋਲ ਕੰਟਰੋਲ ਆਲਟ ਤੇ ਈ ਦੇ ਨਾਲ ਅੰਗਰੇਜ਼ੀ ਭਾਸ਼ਾ, ਕੰਟਰੋਲ ਆਲਟ ਨੋਟ ਕਰ ਲਓ, ਈ ਫਾਰ ਇੰਗਲਿਸ਼। ਸੋ ਇੰਗਲਿਸ਼ ਦੇ ਲਈ ਸਾਡੇ ਕੋਲ ਇਹ ਕੀਬੋਰਡ ਸ਼ਾਰਟਕਟ ਹੈ ਕੰਟਰੋਲ ਆਲਟ ਪਲੱਸ ਈ। ਇਸੇ ਤਰ੍ਹਾਂ ਵਿਦਿਆਰਥੀਓ, ਜੇ ਤੁਸੀਂ ਹਿੰਦੀ ਵਾਲਾ ਕੀਬੋਰਡ ਲੈਣਾ ਤਾਂ ਇੱਥੇ H ਟਾਈਪ ਕਰ ਲੈਣਾ। ਜੇ ਤੁਸੀਂ ਸ਼ਾਹਮੁਖੀ ਵਾਲਾ ਕੀਬੋਰਡ ਲੈਣਾ ਤਾਂ ਇੱਥੇ S ਟਾਈਪ ਕਰ ਲੈਣਾ। ਜੇ ਤੁਸੀਂ ਗੁਰਮੁਖੀ ਵਾਲਾ ਕੀਬੋਰਡ ਲੈਣਾ ਤਾਂ ਇੱਥੇ ਤੁਸੀਂ G ਟਾਈਪ ਕਰ ਲੈਣਾ। ਗੁਰਮੁਖੀ, H ਫਾਰ ਹਿੰਦੀ, S ਫਾਰ
ਸ਼ਾਹਮੁਖੀ। ਠੀਕ ਹੈ ਜੀ। ਸੋ ਅਲੱਗ-ਅਲੱਗ ਤਰ੍ਹਾਂ ਦੇ ਆ ਸੈਟਿੰਗ ਦੇ ਵਿੱਚ ਵੈਸੇ ਹੀ ਆ ਰਿਹਾ। ਇਹਨੂੰ ਮੈਂ ਰੀਸਟਾਰਟ ਕਰਕੇ ਠੀਕ ਕਰਾਂਗਾ ਤਾਂ ਥੱਲੇ ਵਾਲਾ ਜਿਹੜੀ ਬਲੂ ਕਲਰ ਦੀ ਡੱਬੀ ਨਹੀਂ ਆਏਗੀ, ਤੁਹਾਡੇ ਆ ਨਹੀਂ ਰਹੀ। ਸੋ ਕੰਟਰੋਲ ਆਲਟ ਤੇ ਇੱਕ ਅਸੀਂ ਕਰੈਕਟਰ ਜਿਹੜਾ ਹੈ ਸੀ ਦਬਾਂਗੇ, ਸੌਰੀ ਈ ਦਬਾਂਗੇ ਤੇ ਇੰਗਲਿਸ਼ ਲੈਂਗੁਏਜ, ਐਚ ਦਬਾਂਗੇ ਤੇ ਹਿੰਦੀ, ਐਸ ਦਬਾਂਗੇ ਤੇ ਸ਼ਾਹਮੁਖੀ, ਜੀ ਦਬਾਂਗੇ ਤਾਂ ਗੁਰਮੁਖੀ। ਕੀ ਮਤਲਬ ਹੋਇਆ? ਇੱਥੇ ਮੈਂ ਇੰਗਲਿਸ਼ ਵਿੱਚ ਟਾਈਪ ਕਰ ਰਿਹਾ, ਟਾਈਪ ਕਰਦੇ ਕਰਦੇ ਮੈਨੂੰ ਪੰਜਾਬੀ ਦੇ ਵਿੱਚ ਜਾਣ ਦੀ ਲੋੜ ਹੈ, ਤੇ ਤੁਹਾਨੂੰ ਉੱਪਰੋਂ ਇੱਥੋਂ ਜਾ ਕੇ ਲੈਂਗੁਏਜ ਬਦਲਣ ਦੀ ਲੋੜ ਨਹੀਂ। ਤੁਸੀਂ ਕੀ ਕਰੋਗੇ, ਆਲਟ ਸ਼ਿਫਟ ਜੀ ਦਬੋਗੇ ਤਾਂ ਮੈਂ ਹੁਣ ਗੁਰਮੁਖੀ ਦੇ ਵਿੱਚ ਟਾਈਪ ਕਰ ਸਕਦਾ। ਇਸੇ ਤਰ੍ਹਾਂ ਜੇ ਮੈਂ ਆਲਟ ਕੰਟਰੋਲ ਐਚ ਦਬਾਂਗਾ ਤਾਂ ਮੈਂ ਹੁਣ ਇੱਥੇ ਹਿੰਦੀ ਦੇ ਵਿੱਚ, ਸੌਰੀ ਆਲਟ ਕੰਟਰੋਲ ਐਚ ਤੋਂ ਹਿੰਦੀ ਦੇ ਵਿੱਚ ਟਾਈਪ ਕਰ ਲਾਂਗਾ। ਮੈਨੂੰ ਹਿੰਦੀ ਦਾ ਕੀਬੋਰਡ ਅਜੇ ਤੱਕ ਮੈਨੂੰ ਲੱਗਦਾ ਕਿ ਸੈੱਟ ਨਹੀਂ ਹੋਇਆ, ਦੁਬਾਰਾ ਆਪਾਂ ਦੇਖ ਲੈਂਦੇ ਹਾਂ। ਹਿੰਦੀ ਦੇ ਲਈ ਅਨਮੋਲ ਹਿੰਦੀ, ਸੋ ਹਿੰਦੀ ਦੇ ਲਈ ਅਨਮੋਲ ਹਿੰਦੀ, ਆਲਟ ਕੰਟਰੋਲ ਐਚ। ਇਹ ਦੇਖੋ ਮੈਂ ਕਲਮ ਪਾਇਆ ਤਾਂ ਹਿੰਦੀ ਦੇ ਵਿੱਚ ਕਲਮ ਪੈ ਗਿਆ। ਸੋ ਇਸ ਤਰ੍ਹਾਂ ਤੁਸੀਂ ਵੀ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਉਹ ਇਹੀ ਕਰਨਾ ਹੈ ਕਿ ਆਪਣੇ ਕੀਬੋਰਡ ਦੀ ਸੈਟਿੰਗ ਕਰ ਲੈਣੀ ਹੈ, ਤੇ ਇੱਕ ਕੀਬੋਰਡ ਤੋਂ ਦੂਜੇ ਦੇ ਵਿੱਚ ਜਾਣ ਦੇ ਲਈ, ਯਾਨੀ ਕਿ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਜਾਣ ਵਾਸਤੇ ਸਾਨੂੰ ਕੁਝ ਸ਼ਾਰਟਕਟ ਕੀਜ਼ ਜਿਹੜੀਆਂ ਨੇ, 4 ਲਿਪੀਆਂ ਦੀਆਂ ਅਲੱਗ-ਅਲੱਗ ਸ਼ਾਰਟਕਟ ਕੀਜ਼, ਉਹ ਯਾਦ ਰੱਖਣੀਆਂ ਪੈਣਗੀਆਂ। ਸੋ ਇਸੇ ਤਰ੍ਹਾਂ ਅੱਖਰ ਨੂੰ ਜਦੋਂ ਬੰਦ ਕਰਨਾ ਤਾਂ ਵਰਡ ਦੀ ਤਰ੍ਹਾਂ ਕਲੋਜ਼ ਬਟਨ ਦੇ ਉੱਤੇ ਜਾਓਗੇ, ਜਾਂ ਫਾਈਲ ਦੇ ਵਿੱਚ ਜਾ ਕੇ ਤੁਸੀਂ ਐਗਜ਼ਿਟ ਦੇ ਵਿੱਚ ਜਾਓਗੇ, ਅੱਖਰ ਬੰਦ ਹੋ ਜਾਏਗਾ। ਔਰ ਜਦੋਂ ਤੁਸੀਂ ਦੁਬਾਰਾ ਚਲਾਉਣਾ ਹੋਏਗਾ, ਅੱਖਰ ਨੂੰ ਡਬਲ ਕਲਿੱਕ ਕਰਕੇ ਤੁਸੀਂ ਯੈਸ ਕਰੋਗੇ ਤੇ ਅੱਖਰ ਉਸੇ ਤਰ੍ਹਾਂ ਹੀ ਖੁੱਲੇਗਾ ਜਿਵੇਂ ਮਾਈਕਰੋਸਾਫਟ ਵਰਡ ਦੀ ਸਕਰੀਨ ਹੈ। ਸੋ ਪਹਿਲਾ ਕੰਮ ਅਸੀਂ ਕੀਤਾ ਹੈ ਕਿ ਟਾਈਪਿੰਗ ਦਾ ਇੱਕ ਇਨਵਾਇਰਨਮੈਂਟ ਬਣਾਇਆ ਹੈ ਆਪਣੇ ਅੱਖਰ ਦੇ ਵਿੱਚ, ਯਾਨੀ ਕਿ ਜਦੋਂ ਅਸੀਂ ਕੁਝ ਟਾਈਪ ਕਰਨਾ ਹੈ ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਵਿੱਚ, ਤਾਂ ਉਦੋਂ ਕਿਸ ਸਟਾਈਲ ਦੇ ਵਿੱਚ ਅਸੀਂ ਟਾਈਪ ਕਰਨਾ ਹੈ ਉਹਦੇ ਲਈ ਅਸੀਂ ਪੂਰਾ ਮਾਹੌਲ ਇਹਦੇ ਵਿੱਚ ਤਿਆਰ ਕੀਤਾ। ਉਹ ਕੀਤਾ ਸੀ ਅਸੀਂ ਲੈਂਗੁਏਜ ਟੂਲ ਦੇ ਵਿੱਚ ਜਾ ਕੇ, ਸਕ੍ਰਿਪਟ ਦੇ ਵਿੱਚ ਜਾ ਕੇ ਕੀਤਾ ਸੀਗਾ, ਔਰ ਕੀਬੋਰਡ ਚੇਂਜ ਕੀਤਾ ਸੀਗਾ। ਜੇ ਤੁਹਾਨੂੰ ਆਪਣੀ ਟਾਈਪਿੰਗ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ, ਕੋਈ ਅੱਖਰ ਨਹੀਂ ਪਤਾ ਲੱਗ ਰਿਹਾ, ਤਾਂ ਸਾਡੇ ਕੋਲ 2 ਚੀਜ਼ਾਂ ਨੇ। ਸੱਜੇ ਹੱਥ ਜਾਓਗੇ, ਜਿਵੇਂ ਲੈਂਗੁਏਜ ਟੂਲ ਨੂੰ ਦਬਣਾ ਬਹੁਤ ਜ਼ਰੂਰੀ ਹੈ। ਸੱਜੇ ਹੱਥ ਜਾਓਗੇ ਤਾਂ ਸਾਡੇ ਕੋਲ 2 ਚੀਜ਼ਾਂ ਨੇ, ਔਨ ਸਕਰੀਨ ਕੀਬੋਰਡ ਤੇ ਕਰੈਕਟਰ ਮੈਪ। ਔਨ ਸਕਰੀਨ ਕੀਬੋਰਡ, ਕਰੈਕਟਰ ਮੈਪ। ਦੇਖੋ ਧਿਆਨ ਨਾਲ, ਜੇ ਤੁਸੀਂ ਅਨਮੋਲ ਲਿਪੀ ਦੇ ਵਿੱਚ ਕੰਮ ਕਰ ਰਹੇ ਹੋ, ਤੁਹਾਨੂੰ ਅਨਮੋਲ ਲਿਪੀ ਦੇ ਵਿੱਚੋਂ ਕੋਈ ਅੱਖਰ ਪਾਉਣਾ ਹੈ, ਜਿਵੇਂ ਜੱਜੇ ਪੈਰ ਬਿੰਦੀ ਪਾਣੀ ਹੈ, ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਕਿੱਥੋਂ ਪੈਣੀ ਹੈ, ਤਾਂ ਤੁਸੀਂ ਔਨ ਸਕਰੀਨ ਕੀਬੋਰਡ ਦੇ ਉੱਤੇ ਕਲਿੱਕ ਕਰੋਗੇ ਤਾਂ ਇੱਕ ਕੀਬੋਰਡ ਬਣਿਆ ਹੋਇਆ ਤੁਹਾਡੀ ਸਕਰੀਨ ਦੇ ਉੱਤੇ ਆ ਜਾਏਗਾ। ਇੱਥੋਂ ਪਤਾ ਲੱਗ ਜਾਊਗਾ ਕਿ ਜੱਜੇ ਪੈਰ ਬਿੰਦੀ ਜਿਹੜੀ ਹੈ ਉਹ ਸ਼ਿਫਟ ਦੇ ਨਾਲ ਵਾਲਾ ਬਟਨ, ਯਾਨੀ ਕਿ Z ਤੋਂ ਪਏਗੀ। ਸੋ Z ਤੋਂ ਪਾਉਣ ਦੇ ਲਈ ਇੱਥੋਂ ਅਸੀਂ ਵੇਖ ਕੇ ਇਹਨੂੰ ਬੰਦ ਕਰਕੇ ਪਾ ਸਕਦੇ ਹਾਂ, ਜਾਂ ਸਿੱਧਾ ਇੱਥੇ ਕਲਿੱਕ ਕਰਕੇ ਵੀ ਜੱਜੇ ਪੈਰ ਬਿੰਦੀ ਅਸੀਂ ਪਾ ਸਕਦੇ ਹਾਂ। ਸੋ ਸਾਨੂੰ ਕੋਈ ਅੱਖਰ ਭੁੱਲ ਜਾਂਦਾ ਹੈ ਕਿ ਕੀਬੋਰਡ ਤੋਂ ਕਿਵੇਂ ਪੈਣਾ, ਔਰ ਉਹਦੀ ਚੋਣ ਇੱਥੇ ਕੀਤੀ ਹੋਣੀ ਬਹੁਤ ਜ਼ਰੂਰੀ ਹੈ। ਮਸਲਨ ਜੇ ਤੁਸੀਂ ਆਸੀਸ ਦੇ ਵਿੱਚ ਟਾਈਪ ਕਰਨ ਵਾਲੇ ਬੰਦੇ ਹੋ ਤੇ ਇੱਥੇ ਸਿਲੈਕਟ ਕੀਤਾ ਹੋਇਆ ਅਨਮੋਲ ਲਿਪੀ, ਤਾਂ ਉਸ ਸਥਿਤੀ ਦੇ ਵਿੱਚ ਔਨ ਸਕਰੀਨ ਕੀਬੋਰਡ ਤੁਹਾਨੂੰ ਸਿਰਫ ਅਨਮੋਲ ਲਿਪੀ ਵਾਲਾ ਹੀ ਕੀਬੋਰਡ ਦਿਖਾਏਗਾ। ਜੇ ਤੁਸੀਂ ਇੱਥੇ ਆਸੀਸ ਸਿਲੈਕਟ ਕੀਤਾ ਹੋਇਆ ਤਾਂ ਆਸੀਸ ਵਾਲਾ ਕੀਬੋਰਡ ਇੱਥੇ ਤੁਹਾਨੂੰ ਨਜ਼ਰ ਆਏਗਾ। ਸੋ ਇਸੇ ਤਰ੍ਹਾਂ ਜੇ ਤੁਸੀਂ ਹਿੰਦੀ ਦਾ ਲੈਂਗੁਏਜ ਨੂੰ ਚੂਜ਼ ਕੀਤਾ ਹੋਇਆ, ਅਨਮੋਲ ਹਿੰਦੀ ਕੀਬੋਰਡ ਲਿਆ ਹੋਇਆ, ਤਾਂ ਔਨ ਸਕਰੀਨ ਕੀਬੋਰਡ ਦੇ ਉੱਤੇ ਜਦੋਂ ਤੁਸੀਂ ਜਾਓਗੇ ਤਾਂ ਹਿੰਦੀ ਵਾਲਾ ਕੀਬੋਰਡ ਨਜ਼ਰ ਆਏਗਾ। ਸ਼ਿਫਟ ਦਬੋਗੇ ਤਾਂ ਸ਼ਿਫਟ ਵਾਲੇ ਬਟਨ ਨਜ਼ਰ ਆਉਣਗੇ, ਬਿਨਾਂ ਸ਼ਿਫਟ ਤੋਂ ਬਿਨਾਂ ਸ਼ਿਫਟ ਵਾਲੇ ਨਜ਼ਰ ਆਉਣਗੇ। ਸੋ ਇਸੇ ਤਰ੍ਹਾਂ ਸਾਡੇ ਕੋਲ ਔਨ ਸਕਰੀਨ ਕੀਬੋਰਡ ਦੇ ਨਾਲ ਕਰੈਕਟਰ ਮੈਪ ਵੀ ਮੌਜੂਦ ਹੈ। ਕਰੈਕਟਰ ਮੈਪ, ਸੋ ਕਰੈਕਟਰ ਮੈਪ ਕੀ ਹੈ ਕਿ ਕਈ ਵਾਰ ਕੁਝ ਸ਼ਬਦਾਂ ਨੂੰ ਅਸੀਂ ਜਦੋਂ ਲਿਖਦੇ ਹਾਂ ਉਹ ਪ੍ਰੋਪਰ ਉਹਨਾਂ ਦੇ ਸਪੈਲਿੰਗ ਨਹੀਂ ਪੈਂਦੇ। ਜਿਵੇਂ ਹਿੰਦੀ ਦੇ ਵਿੱਚ ਅਕਸਰ ਅਸੀਂ ਅੱਧੇ ਅੱਖਰਾਂ ਦੀ ਵਰਤੋਂ ਕਰਦੇ ਹਾਂ, ਹਲੰਤ ਦੀ ਵਰਤੋਂ ਕਰਦੇ ਹਾਂ, ਯਾਨੀ ਕਿ ਉਹਦੇ ਪੈਰ ਦੇ ਵਿੱਚ ਜਾਂ ਉੱਪਰ ਕੁਝ ਸ਼ਬਦ ਜਿਹੜੇ ਪੈਂਦੇ ਨੇ। ਇਸੇ ਤਰ੍ਹਾਂ ਸੰਸਕ੍ਰਿਤ ਦੇ ਵਿੱਚ ਟਾਈਪ ਕਰਨਾ ਹੋਰ ਵੀ ਔਖਾ ਹੈ। ਸੋ ਉਸ ਮੰਤਵ ਦੇ ਲਈ ਅਸੀਂ ਜਿਹੜਾ ਯੂਜ਼ ਕਰਨਾ ਹੈ ਕਰੈਕਟਰ ਮੈਪ। ਸੋ ਕਰੈਕਟਰ ਮੈਪ ਦੀ ਵਰਤੋਂ ਬਹੁਤ ਸੌਖੀ ਹੈ। ਦੇਖਦੇ ਹਾਂ ਆਪਾਂ ਹਿੰਦੀ ਦਾ ਕੋਈ ਸ਼ਬਦ ਜਿਹੜਾ ਹੈ ਉਹ ਟਾਈਪ ਕਰਦੇ ਹਾਂ, ਕਰੈਕਟਰ ਮੈਪ ਦੇ ਵਿੱਚ ਗਿਆ। ਕਰੈਕਟਰ ਮੈਪ ਸਾਡੇ ਕੋਲ 3 ਨੇ, ਦੇਵਨਾਗਰੀ, ਗੁਰਮੁਖੀ ਤੇ ਉਰਦੂ।
ਅੰਗਰੇਜ਼ੀ ਦਾ ਕਰੈਕਟਰ ਮੈਪ ਦੇਣ ਦੀ ਲੋੜ ਨਹੀਂ, ਕਿਉਂਕਿ ਕੋਈ ਵੀ ਉਹਦੇ ਵਿੱਚ ਇਸ ਤਰ੍ਹਾਂ ਦਾ ਮਸਲਾ ਨਹੀਂ ਹੈ ਅੱਧੇ ਅੱਖਰ ਵਾਲਾ। ਸੋ ਮੈਂ ਦੇਵਨਾਗਰੀ ਕਰੈਕਟਰ ਮੈਪ ਲੈ ਲੈਣਾ। ਇਹ ਕਰੈਕਟਰ ਮੈਪ ਹੈ। ਦੇਵਨਾਗਰੀ ਕਰੈਕਟਰ ਮੈਪ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਪੂਰੇ ਦਾ ਪੂਰਾ ਕੀਬੋਰਡ ਮੈਂ ਤੁਹਾਨੂੰ ਇੱਥੇ ਦਿਖਾ ਦਿੱਤਾ ਹੈ। ਇੱਥੇ ਮੈਂ ਟਾਈਪ ਕਰਨਾ ਚਾਹੁੰਦਾ ਕਰਮ, ਕੌ ਪਾਇਆ, ਕੱਕੇ ਦੇ ਪੈਰ ਵਿੱਚ ਰਾਰਾਪਣ ਰੌ, ਇਹ ਦੇਖੋ ਰੌ ਪਾਇਆ। ਇਸ ਤੋਂ ਬਾਅਦ ਮੈਂ ਇੱਕ ਹਲੰਤ ਕੀ ਹੈ, ਇਹ ਜਿਹੜਾ ਗੋਲ ਜਿਹਾ ਦਾਇਰਾ ਜਿਹਾ ਵੱਜਿਆ ਹੋਇਆ ਗੋਲ ਆਂਡਾ ਡਾਟਿਡ ਲਾਈਨ, ਇਹਨੂੰ ਦੱਬ ਦਿੱਤਾ ਔਰ ਫਿਰ ਮੈਂ ਦੱਬਿਆ ਮੌ ਕਰਮ। ਤਾਂ ਤੁਸੀਂ ਦੇਖਿਆ ਕਿ ਰਾਰਾ ਜਿਹੜਾ ਹੈ ਉਹ ਅੱਧਾ ਹੋ ਕੇ ਉੱਪਰ ਚਲ ਗਿਆ। ਇਹਦਾ ਮਤਲਬ ਇਹ ਹੈ ਕਿ ਤੁਸੀਂ ਜਦੋਂ ਵੀ ਕਰਮ ਪਾਉਣਾ ਹੈ ਕੌ ਪਾ ਕੇ, ਮੈਂ ਤੁਹਾਨੂੰ ਸਮਝਾ ਰਿਹਾ ਜਸਟ, ਫਿਰ ਰੌ ਪਾਉਣਾ ਹੈ, ਫਿਰ ਅਸੀਂ ਪਾਉਣਾ ਹੈ ਹਲੰਤ, ਫਿਰ ਪਾਉਣਾ ਹੈ ਅਸੀਂ ਮੌ। ਤਾਂ ਯਾਦ ਰੱਖਣਾ ਹੈ ਕਿ ਜਿਸ ਅੱਖਰ ਦੇ ਮਗਰਲੇ ਪਾਸੇ ਅਸੀਂ ਇਹ ਹਲੰਤ ਕਰੈਕਟਰ ਲਗਾ ਲਾਂਗੇ, ਹਲੰਤ ਦਾ ਮਤਲਬ ਹੁੰਦਾ ਹੈ ਅੱਧਾ ਅੱਖਰ, ਤਾਂ ਇਹ ਹਲੰਤ ਕੀ ਕਰੇਗਾ, ਉਸ ਤੋਂ ਖੱਬੇ ਹੱਥ ਵਾਲੇ ਕਰੈਕਟਰ ਨੂੰ ਹਾਫ ਕਰ ਦੇਗਾ। ਜਿਵੇਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੂੰ ਅਸੀਂ ਨਾਲ ਜੋੜ ਦਿਆਂਗੇ, ਵਿੱਚ ਮੈਂ ਸਪੇਸ ਪਾਈ ਸੀ ਜਾਣਬੁੱਝ ਕੇ, ਤਾਂ ਆਪਣੇ ਆਪ ਉਹ ਸ਼ਬਦ ਜਿਹੜਾ ਹੈ ਪ੍ਰੋਪਰ ਬਣ ਜਾਏਗਾ। ਰੌ ਜਿਹੜਾ ਸੀਗਾ ਉਹ ਅੱਧਾ ਹਾਫ ਹੋ ਕੇ ਉੱਪਰਲੇ ਪਾਸੇ ਪੈ ਜਾਏਗਾ। ਸੋ ਸਮਝ ਗਏ ਹੋਣੇ ਕਿ ਕਰਮ ਨੂੰ ਅਸੀਂ ਇਸ ਤਰੀਕੇ ਵੀ ਲਿਖ ਸਕਦੇ ਹਾਂ। ਇਸੇ ਤਰ੍ਹਾਂ ਮੈਂ ਕੌ ਤੋਂ ਬਾਅਦ ਵਿੱਚ ਜੇ ਹਲੰਤ ਲਗਾ ਦਿੰਦਾ, ਫਿਰ ਰੌ ਲਗਾਉਣਾ, ਫਿਰ ਮੌ ਲਗਾਉਣਾ, ਤਾਂ ਦੇਖੋ ਕਰਮ ਇਸ ਤਰ੍ਹਾਂ ਬਣੂਗਾ। ਇੱਥੇ ਅਸੀਂ ਕੱਕੇ ਨੂੰ ਹਾਫ ਕੀਤਾ, ਉੱਥੇ ਅਸੀਂ ਰਾਰੇ ਨੂੰ ਹਾਫ ਕੀਤਾ ਸੀ। ਸੋ ਇਸ ਤਰੀਕੇ ਨਾਲ ਜਦੋਂ ਵੀ ਤੁਸੀਂ ਹਲੰਤ ਹਿੰਦੀ ਦੇ ਵਿੱਚ ਚਾਹੇ ਪੰਜਾਬੀ ਦੇ ਵਿੱਚ ਵੀ ਵਰਤੋਂ ਕਰ ਰਹੇ ਹੋ, ਤਾਂ ਜਿਸ ਅੱਖਰ ਨੂੰ ਹਾਫ ਪਾਉਣਾ ਹੈ ਉਹਦੇ ਤੋਂ ਸੱਜੇ ਹੱਥ ਯਾਨੀ ਕਿ ਉਹਦੇ ਤੋਂ ਬਾਅਦ ਇਹ ਹਲੰਤ ਵਾਲਾ ਕਰੈਕਟਰ ਲੈਣਾ ਨਹੀਂ ਭੁੱਲਣਾ। ਸੋ ਹਿੰਦੀ ਦੇ ਵਿੱਚ ਟਾਈਪ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਇਹ ਬਹੁਤ ਹੀ ਜ਼ਰੂਰੀ ਟ੍ਰਿਕ ਹੈ ਜਿਹਦੀ ਤੁਸੀਂ ਵਰਤੋਂ ਕਰ ਸਕਦੇ ਹੋ। ਇਹ ਸੀਗਾ ਔਨ ਸਕਰੀਨ ਕੀਬੋਰਡ ਕਰੈਕਟਰ ਮੈਪ। ਦੂਸਰਾ ਥੋੜ੍ਹਾ ਜਿਹਾ ਮੈਂ ਤੁਹਾਨੂੰ ਜਾਣਕਾਰੀ ਜਿਹੜੀ ਜ਼ਰੂਰ ਦੇਣਾ ਚਾਹਾਂਗਾ, ਗੁਰਮੁਖੀ ਦਾ ਜਿਹੜਾ ਰੋਮਨਾਈਜ਼ਡ ਕੀਬੋਰਡ ਹੈ। ਰੋਮਨਾਈਜ਼ਡ ਕੀਬੋਰਡ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਰੋਮਨ ਅੱਖਰਾਂ ਦੇ ਵਿੱਚ ਲਿਖਾਂਗੇ ਅਤੇ ਟਾਈਪ ਹੁੰਦਾ ਜਾਏਗਾ ਗੁਰਮੁਖੀ ਦੇ ਵਿੱਚ। ਪਹਿਲਾਂ ਜ਼ਰੂਰੀ ਯਕੀਨੀ ਬਣਾ ਲਓ ਕਿ ਜਿਹੜਾ ਤੁਹਾਡਾ ਪੰਜਾਬੀ ਵਾਲਾ ਕੀਬੋਰਡ ਹੈ ਉਹ ਇੱਥੋਂ ਔਨ ਨਾ ਹੋਵੇ, ਉਹ ਅੰਗਰੇਜ਼ੀ ਵਿੱਚ ਹੀ ਹੋਣਾ ਚਾਹੀਦਾ ਹੈ। ਸੋ ਇੱਥੇ ਮੈਂ ਲਿਖਿਆ ਰਫਤਾਰ, ਤੋਂ ਦੇਖੋ ਫੱਫੇ ਦੇ ਪੈਰ ਦੇ ਵਿੱਚ ਬਿੰਦੀ ਲਗਾਉਣ ਦੀ ਮੈਨੂੰ ਲੋੜ ਨਹੀਂ ਪਈ। ਮੈਂ ਲਿਖਿਆ ਜਫਰ, ਠੀਕ ਹੈ ਜੀ, JFR ਹੀ ਲਿਖਿਆ ਸਿੰਪਲ, ਔਰ ਉਸਨੇ ਇਤਨਾ ਇੰਟੈਲੀਜੈਂਟ ਹੈ ਕਿ ਜੱਜ ਦੇ ਪੈਰ ਵਿੱਚ ਵੀ ਬਿੰਦੀ ਲਗਾ ਦਿੱਤੀ, ਫੱਫੇ ਦੇ ਪੈਰ ਦੇ ਵਿੱਚ ਵੀ ਬਿੰਦੀ ਲਗਾ ਦਿੱਤੀ। ਸੋ ਇਸ ਤਰੀਕੇ ਦੇ ਨਾਲ ਤੁਸੀਂ ਟਾਈਪਿੰਗ ਦਾ ਕੰਮ ਕਰ ਸਕਦੇ ਹੋ। ਹੁਣ ਤੱਕ ਆਪਾਂ ਦੇਖਿਆ ਕਿ ਟਾਈਪ ਕਿਵੇਂ ਕਰਨਾ ਹੈ। ਟਾਈਪ ਕਰਨ ਦੇ ਲਈ ਬਹੁਤ ਸਾਰੇ ਔਜ਼ਾਰ, ਬਹੁਤ ਸਾਰੇ ਟੂਲ ਸਾਡੀ ਮਦਦ ਵਾਸਤੇ ਅੱਖਰ ਦੇ ਵਿੱਚ ਸ਼ੁਮਾਰ ਨੇ, ਬਹੁਤ ਸਾਰੇ ਕੀਬੋਰਡ ਨੇ, ਔਰ ਜਿਹੜੇ ਟੂਲ ਟਾਈਪਿੰਗ ਦੇ ਲਈ ਸਾਡੀ ਹੈਲਪ ਕਰਦੇ ਨੇ, ਟਾਈਪਿੰਗ ਪੈਡ ਤੋਂ ਇਲਾਵਾ ਸਾਡੇ ਕੋਲ ਨੇ ਔਨ ਸਕਰੀਨ ਕੀਬੋਰਡ ਅਤੇ ਕਰੈਕਟਰ ਮੈਪ। ਅੱਗੇ ਅਸੀਂ ਗੱਲ ਕਰਦੇ ਹਾਂ ਜੀ ਯੂਨੀਕੋਡ ਦੀ। ਸੋ ਯੂਨੀਕੋਡ ਦੀ ਜਦੋਂ ਵਰਤੋਂ ਹੋਣੀ ਸ਼ੁਰੂ ਹੋਈ ਹੈ, ਉਸ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀਗਾ, ਉਸ ਸਮੇਂ ਕੀ ਹੁੰਦਾ ਸੀ, ਦੇਖੋ ਇਸ ਸਕਰੀਨ ਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ। ਪਹਿਲਾਂ ਦੇ ਸਮੇਂ ਦੇ ਵਿੱਚ ਲੋਕ ਅਨਮੋਲ ਲਿਪੀ, ਆਸੀਸ, ਜੁਆਏ ਜਾਂ ਜਿਹੜੇ ਪੁਰਾਣੇ ਟ੍ਰੈਡੀਸ਼ਨਲ 500 ਫਾਉਂਟ ਨੇ, ਉਹਨਾਂ ਵਿੱਚੋਂ ਕਿਸੇ ਫਾਉਂਟ ਦੀ ਵਰਤੋਂ ਕਰਦੇ ਸੀ, ਜਿਹੜੀ ਕਿ ਬਹੁਤ ਔਖੀ ਸੀ, ਸਮੱਸਿਆ ਬੜੀ ਹੋਈ ਸੀ। ਇੱਕ ਮੈਟਰ ਇੱਕ ਕੰਪਿਊਟਰ ਦਾ ਦੂਜੇ ਕੰਪਿਊਟਰ 'ਤੇ ਜਾ ਕੇ ਬਦਲ ਜਾਂਦਾ ਸੀ। ਜਿਵੇਂ ਮੈਂ ਇੱਥੇ ਲਿਖਦਾ ਪੰਜਾਬੀ ਸਾਡੀ ਮਾਂ ਬੋਲੀ ਹੈ, ਸੋ ਮੈਂ ਫਟਾਫਟ ਲਿਖਿਆ, ਕੁਝ ਗਲਤੀਆਂ ਵੀ ਹੋ ਗਈਆਂ, ਕੁਝ ਗਲਤੀਆਂ ਜਾਣਬੁੱਝ ਕੇ ਮੈਂ ਇੱਥੇ ਕਰ ਦਿੰਦਾ। ਤੋਂ ਪੰਜਾਬੀ ਦੇ ਵਿੱਚ ਪੱਪੇ 'ਤੇ ਟਿੱਪੀ ਉਡਾ ਦਿੰਦਾ। ਜਦੋਂ ਦੂਜੇ ਕੰਪਿਊਟਰ ਦੇ ਉੱਤੇ ਇਹ ਮੈਟਰ ਜਾਊਗਾ ਅਨਮੋਲ ਲਿਪੀ ਵਾਲਾ, ਤਾਂ ਕੀ ਹੋਏਗਾ, ਇਹ ਹਿੰਦੀ ਦੇ ਵਿੱਚ ਸਾਨੂੰ ਨਜ਼ਰ ਆਏਗਾ। ਜੇ ਅਨਮੋਲ ਲਿਪੀ ਫਾਉਂਟ ਉਸ ਵਿਅਕਤੀ ਕੋਲ ਨਹੀਂ ਹੋਏਗਾ ਤਾਂ ਅਸੀਂ ਕੀ ਕਰਨਾ ਹੈ, ਇਸ ਫਾਈਲ ਨੂੰ ਕਰ ਲੈਣਾ ਸੇਵ। ਜੇ ਮੰਨ ਲਓ ਬਾਹਰੋਂ ਕੋਈ ਫਾਈਲ ਤੁਹਾਡੇ ਕੋਲ ਆ ਗਈ, ਇਹ ਤਾਂ ਇੱਕ ਜਿਹੜੀ ਪੰਕਤੀ ਹੈ ਨਾ, ਕਈ ਸਾਰੀ ਲੰਬੀ ਫਾਈਲ ਹੋ ਸਕਦੀ ਹੈ ਜਿੰਦੇ ਵਿੱਚ ਕਈ ਪੰਨੇ ਹੋ ਸਕਦੇ ਨੇ। ਤੁਸੀਂ ਇਹਨੂੰ ਫਾਈਲ ਨੂੰ ਸੇਵ ਕਰ ਲਿਆ, ਮੰਨ ਲਵੋ ਮੈਂ ਇਸ ਨੂੰ ਸੇਵ ਕਰ ਲਿਆ ਜੀ ਆਪਣੇ ਡੈਸਕਟਾਪ ਦੇ ਉੱਤੇ, ਔਰ ਇਹਦਾ ਨਾਮ ਮੈਂ ਰੱਖ ਦਿੱਤਾ ਅਨਮੋਲ ਲਿਪੀ। ਸੇਵ ਕਰ ਲਿਆ ਡੈਸਕਟਾਪ 'ਤੇ, ਔਰ ਇਸ ਫਾਈਲ ਦੇ ਵਿੱਚ ਜੋ ਵੀ ਲਿਖਿਆ ਸਾਡੀ ਸਮਝ ਤੋਂ ਬਾਹਰ ਹੈ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਪੰਜਾਬੀ ਵਿੱਚ ਹੈ ਜਾਂ ਹਿੰਦੀ ਵਿੱਚ ਹੈ। ਤਾਂ ਸਿੰਪਲੀ ਤੁਸੀਂ ਅੱਖਰ ਸਟਾਰਟ ਕਰਨਾ ਹੈ,
ਅੱਖਰ ਦੇ ਵਿੱਚ ਇਸ ਫਾਈਲ ਨੂੰ ਓਪਨ ਕਰ ਲੈਣਾ। ਓਪਨ ਕਰਨ ਤੋਂ ਪਹਿਲਾਂ ਇਹ ਫਾਈਲ ਵਰਡ ਦੇ ਵਿੱਚ ਬੰਦ ਹੋਣੀ ਚਾਹੀਦੀ, ਵਰਡ ਵਿੱਚ ਨਹੀਂ ਖੁੱਲ੍ਹੀ ਹੋਣੀ ਚਾਹੀਦੀ, ਕਿਉਂਕਿ ਇੱਕ ਫਾਈਲ ਨੂੰ ਅਸੀਂ ਇੱਕ ਥਾਂ ਦੇ ਉੱਤੇ ਹੀ ਖੋਲ੍ਹ ਸਕਦੇ ਹਾਂ। ਔਰ ਅੱਖਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਸੀਂ ਵਰਡ ਵਾਲੀਆਂ ਫਾਈਲਾਂ ਨੂੰ ਇੱਥੇ ਓਪਨ ਕਰ ਸਕਦੇ ਹੋ, ਔਰ ਇੱਥੇ ਨਵੀਂ ਫਾਈਲ ਬਣਾਓਗੇ ਜਿਹੜੀ, ਉਸ ਨੂੰ ਜਦੋਂ ਸੇਵ ਕਰੋਗੇ ਉਹ ਵੀ ਵਰਡ ਦੀ ਬਣੇਗੀ, ਵਰਡ ਦੇ ਵਿੱਚ ਜਾ ਕੇ ਓਪਨ ਹੋ ਸਕਦੀ ਹੈ। ਯਾਨੀ ਕਿ ਡਾਕੂਮੈਂਟ ਜਿਹੜੇ ਫਾਈਲ ਫਾਰਮੈਟ ਹੈ, ਡਾਕੂਮੈਂਟ DOC, ਇਹ ਫਾਈਲ ਫਾਰਮੈਟ ਵਰਡ ਦੇ ਵਿੱਚ ਵੀ ਚੱਲਦਾ ਹੈ, ਅੱਖਰ ਦੇ ਵਿੱਚ ਵੀ ਚੱਲਦਾ ਹੈ, ਯਾਨੀ ਕਿ ਦੋਨਾਂ ਦਾ ਇੱਕ ਸਾਂਝਾ ਫਾਈਲ ਫਾਰਮੈਟ ਹੈ। ਇਸੇ ਤਰ੍ਹਾਂ ਕੁਝ ਫਾਰਮੈਟ ਤੁਹਾਨੂੰ ਅੱਜ ਕੱਲ੍ਹ ਨਵੇਂ ਵਰਡ ਦੇ ਵਿੱਚ ਨਜ਼ਰ ਆਉਂਦਾ, DOCX, ਜੇ ਨਾਲ X ਲੱਗਿਆ ਹੋਇਆ ਹੈ ਤਾਂ ਇਹਦਾ ਮਤਲਬ ਵਰਡ ਦੇ ਨਵੇਂ ਵਰਜ਼ਨ ਦੀ ਫਾਈਲ ਹੈ, 2016, 2013, 2019 ਦੀ ਫਾਈਲ ਹੈ। ਜੇ DOC ਹੈ ਤਾਂ ਇਹਦਾ ਮਤਲਬ 2003 ਦੀ ਹੀ ਫਾਈਲ ਹੈ। ਸੋ ਅਸੀਂ ਉਸ ਫਾਈਲ ਨੂੰ ਓਪਨ ਕਰਨਾ ਹੈ ਜਿਹਦਾ ਫੌਂਟ ਸਾਨੂੰ ਸਮਝ ਨਹੀਂ ਆ ਰਿਹਾ, ਜਿਹਦੇ ਵਿੱਚ ਪਤਾ ਨਹੀਂ ਲੱਗ ਰਿਹਾ। ਸਮਝ ਕਿਉਂ ਨਹੀਂ ਆ ਰਿਹਾ? ਬਿਲਕੁਲ ਕਲੀਅਰ ਹੈ ਕਿ ਉਹ ਯੂਨੀਕੋਡ ਫੌਂਟ ਦੇ ਵਿੱਚ ਨਹੀਂ ਹੈ। ਸੋ ਉਹਨੂੰ ਅਸੀਂ ਇੱਥੋਂ ਓਪਨ ਕਰਾਂਗੇ, ਫਾਈਲ ਦੇ ਵਿੱਚ ਜਾ ਕੇ ਓਪਨ ਕੀਤਾ। ਡੈਸਕਟਾਪ ਦੇ ਵਿੱਚ ਸਾਡੇ ਕੋਲ ਫਾਈਲ ਸੀਗੀ, ਡੈਸਕਟਾਪ ਦੇ ਉੱਤੇ ਕਲਿੱਕ ਕੀਤਾ, ਫਾਈਲ ਦਾ ਨਾਮ ਸੀ ਅਨਮੋਲ ਲਿਪੀ, ਚੂਜ਼ ਕੀਤੀ, ਓਪਨ ਕੀਤੀ। ਸੋ ਉਹ ਫਾਈਲ ਇੱਥੇ ਨਜ਼ਰ ਆ ਰਹੀ ਹੈ, ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਉਹੀ ਲਾਈਨਾਂ ਜਿਹੜੀਆਂ ਅੰਗਰੇਜ਼ੀ ਵਾਲੀਆਂ ਸੀ ਇੱਥੇ ਵੀ ਨਜ਼ਰ ਆ ਰਹੀਆਂ ਨੇ। ਸੋ ਸਾਡੇ ਕੋਲ ਇੱਥੇ ਲੈਂਗੁਏਜ ਟੂਲ ਦੇ ਵਿੱਚ ਜਾ ਕੇ ਕਨਵਰਟ ਟੂ ਯੂਨੀਕੋਡ ਵਾਲੀ ਆਪਸ਼ਨ ਹੈ 2 ਨੰਬਰ, ਜਿਹਦੇ ਰਾਹੀਂ ਅਸੀਂ ਪੁਰਾਣੇ ਨੌਨ ਸਟੈਂਡਰਡ ਜਿਹੜਾ ਗੈਰ ਮਿਆਰੀ ਫੌਂਟ ਸੀ ਉਹਨੂੰ ਸਟੈਂਡਰਡ ਯਾਨੀ ਕਿ ਯੂਨੀਕੋਡ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਕਲਿੱਕ ਕੀਤਾ ਜਾਂ F7 ਕੀ ਜਿਹੜੀ ਹੈ ਫੰਕਸ਼ਨਲ ਕੀ ਦੱਬੀ। ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਡਾਇਲੌਗ ਬਾਕਸ ਆਇਆ, ਉਹਦੇ ਵਿੱਚ ਉਸਨੇ ਫੌਂਟ ਨੂੰ ਆਇਡੈਂਟੀਫਾਈ ਕੀਤਾ, ਲੈਂਗੁਏਜ ਨੂੰ ਵੀ ਕੀਤਾ। ਸੋ ਪਹਿਲੇ ਸਟੈਪ ਦੇ ਉੱਤੇ ਉਹਨੇ ਦੱਸ ਦਿੱਤਾ ਕਿ ਜਿਹੜਾ ਡਾਟਾ ਤੁਸੀਂ ਇੱਥੇ ਪਾਇਆ, ਜਿਹਦਾ ਫੌਂਟ ਕਨਵਰਟ ਕਰਨਾ ਚਾਹੁੰਦੇ ਹੋ, ਉਹ ਪੰਜਾਬੀ ਲੈਂਗੁਏਜ ਦੇ ਵਿੱਚ ਹੈ ਅਤੇ ਫੌਂਟ ਇਹਦੇ ਵਿੱਚ ਅਮਰ ਬੋਲੀ ਯੂਜ਼ ਹੋਇਆ। ਯਾਦ ਰੱਖਣਾ ਹੈ ਕਿ ਅਸੀਂ ਉੱਥੇ ਅਨਮੋਲ ਲਿਪੀ 'ਚ ਟਾਈਪ ਹੋਇਆ ਸੀ ਕੀਤਾ ਸੀਗਾ, ਇਹ ਅਮਰ ਬੋਲੀ ਉਹਨੂੰ ਪਛਾਣ ਰਿਹਾ। ਤੋ ਦਰਅਸਲ ਅਮਰ ਬੋਲੀ ਅਤੇ ਅਨਮੋਲ ਲਿਪੀ ਫੌਂਟ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ, ਇੱਕ ਅੱਧੇ ਕਰੈਕਟਰ ਦਾ ਫਰਕ ਹੈ, ਪਰ ਸੈਂਪਲ ਦਾ ਸਾਈਜ਼ ਬਹੁਤ ਛੋਟਾ ਹੈ। ਇੱਕ ਲਾਈਨ ਹੀ ਅਸੀਂ ਟਾਈਪ ਕੀਤੀ ਹੈ, ਜੇ ਪੂਰਾ ਪੇਜ ਹੋਏਗਾ ਤਾਂ ਇਹ ਐਕੂਰੇਟ ਅਨਮੋਲ ਲਿਪੀ ਫੌਂਟ ਵੀ ਇੱਥੇ ਦਿਖਾਏਗਾ। ਸੋ ਇੱਥੇ ਤੁਸੀਂ ਕਨਵਰਟ ਜਦੋਂ ਕਰੋਗੇ ਤਾਂ ਇਹ ਵਾਲਾ ਮੈਟਰ ਯੂਨੀਕੋਡ ਰਾਵੀ ਦੇ ਵਿੱਚ ਕਨਵਰਟ ਹੋ ਜਾਏਗਾ। ਕੁਝ ਆਪਸ਼ਨਸ ਨੇ ਇਹਦੇ ਵਿੱਚ, ਦੇਖੋ ਕੀਪ ਫਾਰਮੈਟਿੰਗ। ਕੀਪ ਫਾਰਮੈਟਿੰਗ ਦਾ ਮਤਲਬ ਇਹ ਹੈ ਕਿ ਜਿਹੜਾ ਮੈਟਰ ਤੁਸੀਂ ਇੱਥੇ ਲੈ ਕੇ ਆਏ ਹੋ ਉਹਦਾ ਜੋ ਫਾਰਮੈਟ ਪਹਿਲਾਂ ਸੀਗਾ ਪੁਰਾਣੇ ਫੌਂਟ ਦੇ ਵਿੱਚ, ਜੋ ਫਾਰਮੈਟ ਸੀਗਾ, ਫਾਰਮੈਟ ਦਾ ਮਤਲਬ ਕਿ ਕੋਈ ਸ਼ਬਦ ਬੋਲਡ ਸੀਗੇ, ਕਿਤੇ ਕੋਈ ਰੈੱਡ ਅੰਡਰਲਾਈਨ ਕੀਤੀ ਹੋਈ ਸੀ, ਕਿਤੇ ਕੋਈ ਬੈਕਗਰਾਊਂਡ ਕਲਰ ਸੀਗਾ, ਤਾਂ ਉਹ ਸਾਰੀ ਫਾਰਮੈਟਿੰਗ ਐਜ਼ ਇਟ ਇਜ਼ ਤੁਹਾਨੂੰ ਆਊਟਪੁੱਟ ਦੇ ਉੱਤੇ ਵੀ ਮਿਲੇਗੀ ਜਦੋਂ ਤੁਸੀਂ ਕਨਵਰਟ ਕਰ ਲਓਗੇ ਉਹਨੂੰ ਯੂਨੀਕੋਡ ਦੇ ਵਿੱਚ। ਜੇ ਇਹਦੀ ਫਾਰਮੈਟਿੰਗ ਨਹੀਂ ਲੈਣੀ ਤਾਂ ਤੁਸੀਂ ਇੱਥੇ ਇਹਨੂੰ ਖਾਲੀ ਰੱਖ ਸਕਦੇ ਹੋ, ਫਿਰ ਕਨਵਰਟ ਕਰੋਗੇ ਤਾਂ ਫਾਰਮੈਟਿੰਗ ਤੋਂ ਬਿਨਾਂ ਹੋਏਗਾ, ਅਦਰਵਾਈਜ਼ ਤੁਸੀਂ ਇਹਨੂੰ ਕਲਿੱਕ ਕਰਕੇ ਵੀ ਕਰ ਸਕਦੇ ਹੋ। ਸੋ ਅੱਗੇ ਸਾਡੇ ਕੋਲ ਇੱਥੇ ਆਪਸ਼ਨ ਹੈ ਰਿਟੇਨ ਫਾਰਮੈਟਿੰਗ ਐਟ ਪੈਰਾਗ੍ਰਾਫ ਲੈਵਲ। ਸੋ ਪੈਰਾਗ੍ਰਾਫ ਲੈਵਲ ਵਾਲੀ ਜਿਹੜੀ ਫਾਰਮੈਟਿੰਗ ਨੂੰ ਤੁਸੀਂ ਔਨ ਰੱਖਣਾ ਹੈ ਹਮੇਸ਼ਾ। ਜਦੋਂ ਤੁਹਾਡੇ ਮੈਟਰ ਦੇ ਵਿੱਚ ਕਈ ਫੌਂਟ ਲੱਗੇ ਹੋਏ ਨੇ, ਕਈ ਫੌਂਟ ਮਤਲਬ ਕਿ ਤੁਸੀਂ ਬਾਜ਼ਾਰੋਂ ਟਾਈਪਿਸਟ ਤੋਂ ਟਾਈਪ ਕਰਵਾਇਆ ਸੀ, ਉਸਨੇ ਤਾਂ ਅਸੀਸ ਦੇ ਵਿੱਚ ਕਰ ਦਿੱਤਾ, ਅਤੇ ਤੁਸੀਂ ਜਦੋਂ ਗਲਤੀਆਂ ਲਗਾਈਆਂ ਤੁਹਾਨੂੰ ਅਸੀਸ ਨਹੀਂ ਆਉਂਦਾ ਸੀ, ਤਾਂ ਅਸੀਸ ਦੀ ਥਾਂ 'ਤੇ ਤੁਸੀਂ ਆਪਣੇ ਅਨਮੋਲ ਲਿਪੀ ਫੌਂਟ ਦੇ ਵਿੱਚ ਉਹਦੇ ਵਿੱਚ ਕੁਝ ਕੰਮ ਕੀਤਾ, ਮਿਕਸ ਹੋ ਗਏ ਦੋਨੇ ਫੌਂਟ। ਸੋ ਉੱਥੇ ਤੁਸੀਂ ਸਹੀ ਕਨਵਰਜ਼ਨ ਨਹੀਂ ਹੋ ਰਹੀ ਤਾਂ ਤੁਸੀਂ ਉੱਥੇ ਇਹ ਵਾਲੀ ਆਪਸ਼ਨ ਲੈ ਕੇ ਕਨਵਰਜ਼ਨ ਕਰੋਗੇ ਤਾਂ ਬਿਲਕੁਲ ਸਹੀ ਹੋਏਗੀ। ਇਸੇ ਤਰ੍ਹਾਂ ਥਰਡ ਆਪਸ਼ਨ ਹੈ ਸਾਡੇ ਕੋਲ ਹੈਂਡਲ ਅਨਨਾਊਨ ਫੌਂਟਸ। ਜੇ ਤੁਹਾਡੇ ਕੰਪਿਊਟਰ ਦੇ ਵਿੱਚ ਫੌਂਟ ਨਹੀਂ ਵੀ ਹੈਗਾ ਤਾਂ ਵੀ ਇਹ ਉਸ ਨੂੰ ਹੈਂਡਲ ਕਰ ਲਏਗਾ। ਫਾਰ ਐਗਜ਼ਾਮਪਲ ਅਨਮੋਲ ਲਿਪੀ ਦੀ ਫੌਂਟ ਦੀ ਫਾਈਲ ਬਾਹਰੋਂ ਆਈ ਹੈ, ਤੁਹਾਡੇ ਕੰਪਿਊਟਰ 'ਚ ਅਨਮੋਲ ਲਿਪੀ ਨਹੀਂ ਹੈ, ਪਰ ਉਹਦੇ ਬਾਵਜੂਦ ਵੀ ਤੁਸੀਂ ਉਹਨੂੰ ਯੂਨੀਕੋਡ ਵਿੱਚ ਬਦਲ ਸਕਦੇ ਹੋ। ਸੋ ਫਿਲਹਾਲ ਇਹ ਵਾਲੀ ਆਪਸ਼ਨ ਜਿਹੜੀਆਂ ਸਟੈਂਡਰਡ ਨੇ ਉੱਪਰ ਵਾਲੀਆਂ ਉਹ ਰੱਖਣੀਆਂ ਨੇ। ਕਨਵਰਟ ਕੀਤਾ ਮੈਂ, ਸਾਡਾ ਮੈਟਰ ਜਿਹੜਾ ਹੈ ਉਹ ਕਨਵਰਟ ਹੋ ਜਾਏਗਾ। ਕਨਵਰਟ ਦੇ ਉੱਤੇ ਜਿਵੇਂ ਅਸੀਂ ਕਲਿੱਕ ਕਰਾਂਗੇ, ਦੇਖੋ ਪੰਜਾਬੀ ਸਾਡੀ ਮਾਂ ਬੋਲੀ ਦੇ ਸਪੈਲਿੰਗ ਆਪਾਂ ਗਲਤ ਲਿਖੇ ਸੀ, ਉਸੇ ਤਰ੍ਹਾਂ ਹੀ ਆ ਰਿਹਾ। ਹੁਣ ਜਦੋਂ ਤੁਸੀਂ ਫੌਂਟ ਕਨਵਰਟ ਕਰਦੇ ਹੋ, ਬਹੁਤ ਸਾਰੇ ਵਿਦਿਆਰਥੀਆਂ ਦਾ ਸ਼ਿਕਵਾ ਹੁੰਦਾ ਹੈ ਕਿ ਕਨਵਰਟਰ ਸਹੀ ਨਹੀਂ ਚੱਲ ਰਿਹਾ। ਹੁਣ ਸਹੀ ਨਾ ਚੱਲਣ ਦਾ ਕਈ ਕਾਰਨ ਨੇ। ਕਾਰਨ ਤਾਂ ਇਹ ਹੈ ਕਿ ਜਿਹੜਾ ਮੈਟਰ ਪੁਰਾਣੇ ਫੌਂਟ ਵਾਲਾ ਅਨਮੋਲ ਲਿਪੀ ਵਾਲਾ ਸੀ, ਜੇ ਉਹਦੇ ਵਿੱਚ ਹੀ ਗਲਤੀਆਂ ਨੇ ਤਾਂ ਆਊਟਪੁੱਟ ਦੇ ਉੱਤੇ ਤਾਂ ਗਲਤੀਆਂ ਆਉਣਗੀਆਂ ਹੀ, ਕਿਉਂਕਿ ਅਸੀਂ ਫੌਂਟ ਕਨਵਰਟਰ ਚਲਾਇਆ, ਸਪੈਲ ਚੈੱਕਰ ਨਹੀਂ ਚਲਾਇਆ। ਜੇ ਗਲਤੀਆਂ ਵਾਲਾ ਮੈਟਰ ਤੁਹਾਡੇ ਕੋਲ ਹੈ ਔਰ ਤੁਸੀਂ ਉਹਦੀ ਪ੍ਰੂਫ ਰੀਡਿੰਗ ਕਰਨਾ ਚਾਹੁੰਦੇ ਹੋ, ਸਪੈਲ ਚੈਕਿੰਗ ਕਰਨਾ ਚਾਹੁੰਦੇ ਹੋ, ਤਾਂ ਸਾਡੇ ਅੱਖਰ ਦੇ ਵਿੱਚ ਆਟੋਮੈਟਿਕ ਸਪੈਲ ਚੈੱਕਰ ਹੈ,
ਇਹ ਸਪੈਲ ਚੈੱਕਰ ਬਟਨ ਹੈ ਤੀਜੇ ਨੰਬਰ ਵਾਲਾ, ਇਹਦੇ ਤੇ ਕਲਿੱਕ ਕਰਨਾ ਹੈ ਜਾਂ F7 ਕੀ ਨੂੰ ਦਬਾ ਦੇਣਾ ਹੈ। ਸੋ ਸਪੈਲ ਚੈੱਕਰ ਦੇ ਉੱਤੇ ਕਲਿੱਕ ਕੀਤਾ, ਸਾਡੇ ਕੋਲ ਆਪਸ਼ਨ ਦੇਣੀਆਂ ਉਸਨੇ ਸ਼ੁਰੂ ਕਰ ਦਿੱਤੀਆਂ, ਗਲਤੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਉੱਤੇ ਸਕਰੀਨ ਉੱਤੇ ਦਿਖਾ ਰਿਹਾ, ਦੇਖੋ ਪੰਜਾਬੀ ਜਿਹੜਾ ਸ਼ਬਦ ਹੈ ਉਹਦੇ ਸਪੈਲਿੰਗ ਗਲਤ ਸੀਗੇ, ਉਸਨੇ ਆ ਗ੍ਰੀਨ ਕਲਰ ਦੇ ਵਿੱਚ ਦੇ ਦਿੱਤਾ ਕਿ ਇਹ ਸਪੈਲਿੰਗ ਹੋਣੇ ਚਾਹੀਦੇ ਨੇ। ਤੋ ਅਸੀਂ ਕਿਹਾ ਵੀ ਠੀਕ ਹੈ, ਬਿਲਕੁਲ ਕਰੈਕਟ ਹੈ। ਅਸੀਂ ਚੇਂਜ ਦੇ ਉੱਤੇ ਕਲਿੱਕ ਕਰ ਦਿੱਤਾ, ਉੱਥੇ ਆਪਣੇ ਆਪ ਚੇਂਜ ਹੋ ਗਈ। ਫਿਰ ਅਸੀਂ ਲਿਖਿਆ ਸੱਸੇ ਨੂੰ ਕੰਨਾ ਪਾਉਣਾ ਭੁੱਲ ਗਏ ਸੀ, ਉਹ ਕਹਿੰਦਾ ਹੈ ਉਸਨੇ ਅੰਦਾਜ਼ਾ ਲਗਾਇਆ ਹੈ, ਉਹ ਕਹਿੰਦਾ ਕਿ ਤੁਸੀਂ ਪਾਉਣਾ ਚਾਹੁੰਦੇ ਸੀ ਸੀ, ਪਰ ਅਸੀਂ ਇੱਥੇ ਦੇਖ ਲਿਆ ਕਿ ਇਹ ਵੀ ਸਾਨੂੰ ਸੁਜੈਸ਼ਨ ਗਲਤ ਦੇ ਰਿਹਾ ਹੈ। ਇਹਦਾ ਮਤਲਬ ਇੱਥੇ ਸਾਡੀ ਹੋਣਾ ਚਾਹੀਦਾ ਹੈ। ਉਹ ਆਪਸ਼ਨ ਕਿੱਥੇ ਪਈ ਹੈ? ਦੂਜੇ ਨੰਬਰ ਤੇ। ਤਾਂ ਇਸ ਲੰਬੀ ਲਿਸਟ ਦੇ ਵਿੱਚੋਂ 2 ਨੰਬਰ ਆਪਸ਼ਨ ਨੂੰ ਮਾਊਸ ਨਾਲ ਸਿਲੈਕਟ ਕਰ ਲੈਣਾ। ਜਦੋਂ ਇੱਧਰ ਗ੍ਰੀਨ ਦੇ ਵਿੱਚ ਉਹ ਆਪਣੇ ਆਪ ਆ ਜਾਏਗੀ, ਚੇਂਜ ਕਰਨਾ ਹੈ, ਹੁਣ ਉਹ ਸਾਡੀ ਬਣ ਗਿਆ। ਇਸੇ ਤਰ੍ਹਾਂ ਬੋਲੀ ਦੇ ਵਿੱਚ ਵੀ ਚੇਂਜ, ਫਿਰ ਪੰਜਾਬੀ ਦੇ ਵਿੱਚ ਵੀ ਚੇਂਜ, ਸਾਡੀ ਦੇ ਵਿੱਚ ਵੀ ਚੇਂਜ। ਹੁਣ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਜਿਹੜਾ ਸ਼ਬਦ ਹੈ ਇਹ ਮੈਂ ਕਈ ਥਾਂ ਤੇ ਗਲਤ ਪਾਇਆ, ਤਾਂ ਤੁਸੀਂ ਸਾਰੀਆਂ ਗਲਤੀਆਂ ਇੱਕ ਕਲਿੱਕ ਦੇ ਰਾਹੀਂ ਠੀਕ ਕਰਨਾ ਚਾਹੁੰਦੇ ਹੋ ਤਾਂ ਚੇਂਜ ਆਲ ਦੇ ਉੱਤੇ ਕਲਿੱਕ ਕਰ ਦੇਣਾ ਹੈ। ਚੇਂਜ ਆਲ ਦੇ ਉੱਤੇ ਕਲਿੱਕ ਕੀਤਾ ਤਾਂ ਅਗਲਾ ਜਿਹੜਾ ਸ਼ਬਦ ਸੀ ਸਾਡੀ ਉਹ ਵੀ ਠੀਕ ਹੋ ਗਿਆ। ਇਸੇ ਤਰ੍ਹਾਂ ਇਹ ਸ਼ਬਦ ਵੀ ਮੈਂ ਚੇਂਜ ਆਲ ਕਰ ਦਿੰਦਾ ਤਾਂ ਸਾਰੀਆਂ ਗਲਤੀਆਂ ਆਪਣੇ ਆਪ ਠੀਕ ਹੋ ਗਈਆਂ। ਪੰਜਾਬੀ ਨੂੰ ਮੈਂ ਚੇਂਜ ਕਰਤਾ ਤਾਂ ਅਖੀਰ ਦੇ ਉੱਤੇ ਉਸਨੇ ਮੈਸੇਜ ਦਿੱਤਾ ਸਪੈਲ ਚੈਕਿੰਗ ਇਜ਼ ਕੰਪਲੀਟ। ਸੋ ਸਪੈਲ ਚੈੱਕਰ ਨੇ ਸਾਡੀਆਂ ਗਲਤੀਆਂ ਨੂੰ ਸੋਧ ਦਿੱਤਾ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਲੇਖ, ਜਿਹੜੇ ਆਰਟੀਕਲ, ਜਿਹੜੇ ਰਿਸਰਚ ਪੇਪਰ ਤੁਸੀਂ ਪਹਿਲਾਂ ਵੀ ਲਿਖੇ ਨੇ, ਬੇਸ਼ੱਕ ਕਿਤੇ ਛਪਵਾ ਵੀ ਲਏ ਨੇ, ਉਹਨਾਂ ਨੂੰ ਸਪੈਲ ਚੈੱਕ ਕਰਕੇ ਦੇਖਿਓ ਜੇ ਤੁਸੀਂ ਹੈਰਾਨ ਹੋਵੋਗੇ ਕਿ ਉਹੋ ਜਿਹੀਆਂ ਗਲਤੀਆਂ ਇਹ ਕੱਢ ਰਿਹਾ ਜਿਹੜੀ ਸਾਨੂੰ ਕਿਸੇ ਕਿਆਸ ਵਿੱਚ ਨਹੀਂ ਸੀਗੀਆਂ, ਸਾਨੂੰ ਧਿਆਨ ਨਹੀਂ ਸੀ ਜਿਨ੍ਹਾਂ ਦਾ। ਸੋ ਇਹ ਸੀਗਾ ਸਾਡੇ ਕੋਲ ਸਪੈਲ ਚੈੱਕਰ। ਮੈਂ ਅੱਗੇ ਗੱਲ ਕਰਦਾ ਗ੍ਰਾਮਰ ਚੈੱਕਰ ਦੀ। ਗ੍ਰਾਮਰ ਚੈੱਕਰ ਦੇ ਵਿੱਚ ਅਸੀਂ ਵਿਆਕਰਨਕ ਗਲਤੀਆਂ ਨੂੰ ਠੀਕ ਕਰਦੇ ਹੁੰਦੇ ਹਾਂ, ਵਿਆਕਰਨਕ ਗਲਤੀਆਂ ਨੂੰ ਸੋਧਦੇ ਹੁੰਦੇ ਹਾਂ। ਜਿਵੇਂ ਸਾਡੇ ਕੋਲ ਸ਼ਬਦ ਹੈ ਮੁੰਡਾ ਰੋਟੀ ਖਾਂਦੀ ਹੈ। ਸੋ ਇਹ ਵਿਆਕਰਨਕ ਤੌਰ ਤੇ ਬਿਲਕੁਲ ਗਲਤ ਹੈ ਕਿਉਂਕਿ ਇੱਥੇ ਆਉਣਾ ਚਾਹੀਦਾ ਮੁੰਡਾ ਰੋਟੀ ਖਾਂਦਾ ਹੈ। ਸੋ ਇਹਨੂੰ ਮੈਂ ਗ੍ਰਾਮਰ ਚੈੱਕ ਕੀਤਾ, ਗ੍ਰਾਮਰ ਚੈੱਕ ਕਰਨ ਦੇ ਲਈ ਇਹਦੇ ਉੱਤੇ ਕਲਿੱਕ ਕੀਤਾ, ਗ੍ਰਾਮਰ ਚੈਕਿੰਗ ਹੋਏਗੀ। ਤੁਹਾਨੂੰ ਦੱਸਿਆ ਕਿ ਅਜੇ ਸਾਡਾ ਸੌਫਟਵੇਅਰ ਪੂਰੀ ਤਰ੍ਹਾਂ ਐਕੂਰੇਟ ਨਹੀਂ ਹੈ, ਕੁਝ ਸਮਾਂ ਲਗਾਏਗਾ ਜਾਂ ਗਲਤ ਵਾਕ ਨੂੰ ਇਹ ਕਹਿ ਦੇਗਾ ਗ੍ਰਾਮਰ ਚੈਕਿੰਗ ਇਜ਼ ਕੰਪਲੀਟਡ। ਸੋ ਇੱਥੇ ਉਸਨੇ ਗਲਤੀ ਠੀਕ ਨਹੀਂ ਕੀਤੀ। ਕਰ ਵੀ ਸਕਦਾ ਠੀਕ, ਨਹੀਂ ਵੀ ਕਰ ਸਕਦਾ। ਕਈਆਂ ਕੰਪਿਊਟਰਾਂ ਦੇ ਉੱਤੇ ਇਹ ਸਹੀ ਵੀ ਚੱਲਦਾ, ਕਈਆਂ ਤੇ ਨਹੀਂ ਚੱਲਦਾ। ਸੋ ਅਜੇ ਕਿਉਂਕਿ ਇਹਦੇ ਉੱਤੇ ਕੰਮ ਚੱਲ ਰਿਹਾ ਹੈ, ਬੀਟਾ ਵਰਜਨ ਹੈ, ਅਜਮਾਇਸ਼ੀ ਸੰਸਕਰਣ ਹੈ, ਸੋ ਇਹਦੇ ਉੱਤੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ। ਫਿਰ ਵੀ ਕੁਝ ਐਕਸਰਸਾਈਜ਼ ਤੁਸੀਂ ਆਪਣੇ ਲੈਵਲ ਦੇ ਉੱਤੇ ਕਰ ਲੈਣੀਆਂ ਨੇ। ਸੋ ਅੱਜ ਦਾ ਕੰਮ ਇਹ ਸੀਗਾ। ਕੱਲ੍ਹ ਅਸੀਂ ਅੱਖਰ ਦੇ ਵਿੱਚ ਟਰਾਂਸਲਿਟਰੇਸ਼ਨ ਕਰਨਾ ਸਿੱਖਾਂਗੇ, ਯਾਨੀ ਕਿ ਲਿਪੀ ਨੂੰ ਦੂਜੀ ਲਿਪੀ ਵਿੱਚ ਬਦਲਣਾ। ਕੰਡਿਆਲੀ ਤਾਰ ਤੋਂ ਪਰਲੇ ਪਾਸੇ ਪੰਜਾਬੀ ਜਿਹੜੇ ਸਾਡੇ ਬੈਠੇ ਨੇ ਉਹ ਸ਼ਾਹਮੁਖੀ ਜਾਣਦੇ ਨੇ, ਪਰ ਅਸੀਂ ਗੁਰਮੁਖੀ ਜਾਣਦੇ ਹਾਂ। ਅਸੀਂ ਗੁਰਮੁਖੀ ਨੂੰ ਦੇਵਨਾਗਰੀ, ਗੁਰਮੁਖੀ ਨੂੰ ਰੋਮਨ, ਗੁਰਮੁਖੀ ਨੂੰ ਸ਼ਾਹਮੁਖੀ 'ਚ ਬਦਲ ਸਕਦੇ ਹਾਂ। ਇਸੇ ਤਰ੍ਹਾਂ ਭਾਸ਼ਾ ਅਨੁਵਾਦ ਕਰਨਾ ਯਾਨੀ ਕਿ ਟਰਾਂਸਲੇਟ ਕਰਨਾ ਹੈ, ਤਾਂ ਉਹ ਹਿੰਦੀ ਤੋਂ ਪੰਜਾਬੀ, ਉਰਦੂ ਤੋਂ ਪੰਜਾਬੀ, ਪੰਜਾਬੀ ਤੋਂ ਮਲਵਈ ਦੇ ਵਿੱਚ ਅਸੀਂ ਕਰ ਸਕਦੇ ਹਾਂ। ਫਿਰ ਅਸੀਂ ਕਰਾਂਗੇ ਨੰਬਰ ਨੂੰ ਵਰਡ ਦੇ ਵਿੱਚ ਕਨਵਰਟ ਕਰਨਾ ਔਰ OCR ਚਲਾਉਣਾ, ਡਿਕਸ਼ਨਰੀਆਂ ਯੂਜ਼ ਕਰਨੀਆਂ ਸਿੱਖਾਂਗੇ। ਸੋ ਇਹ ਕੰਮ ਅਸੀਂ ਕਰਾਂਗੇ ਜੀ ਕੱਲ੍ਹ।